ਨਾਮ ਵਾਹਿਗੁਰੂ ਜੀ। ਬੇਸ਼ੁਮਾਰ ਅਥਾਹ ਅਗਣਿਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਵਾਹਿਗੁਰੂ ਜੀ। ਕਬੀਰ ਮਰਤਾ ਮਰਤਾ ਜਗ ਮੁਆ, ਮਰ ਭੇ ਨਾ ਜਾਣੈ ਕੋਇ। ਐਸੀ ਮਰਨੀ ਜੋ ਮਰੈ, ਬਹੁਰ ਨਾ ਮਰਨਾ ਹੋਇ। ਸੂਰਾ ਸੋ ਪਹਿਚਾਨੀਐ, ਜੋ ਲੜੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾੜੈ ਖੇਤ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਰੂਹਾਨੀਅਤ ਦੇ ਮੁਜਸਮੇ, ਲੋਕ ਅਤੇ ਪਰਲੋਕ ਦੇ ਰੱਖਿਅਕ, ਸਰਬ ਸਾਂਝੀ ਵਾਲਤਾ ਦੇ ਪ੍ਰਤੀਕ, ਦੁਨੀਆ ਦੇ ਰਹਿਬਰ, ਪੀਰਾਨੇ ਪੀਰ, ਸਮਰੱਥ ਪਿਤਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਸਾਰੇ ਅਦਬ ਸਹਿਤ ਸਤਿਗੁਰੂ ਜੀ ਨੂੰ ਝੁਕਾਓ ਸੀਸ, ਬੋਲਣ ਦੀ ਦਿਓ ਅਸੀਸ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੇ ਵੱਡੇ ਭਾਗਾਂ ਵਾਲੇ ਹੋ, ਜੋ ਬੜੇ ਪਿਆਰ ਨਾਲ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੇ ਕਰਨ ਦਾ ਯਤਨ ਕਰ ਰਹੇ ਹੋ। ਆਓ ਥੋੜੇ ਸਮੇਂ ਵਾਸਤੇ ਇਤਿਹਾਸ ਦੇ ਨਾਲ ਜੁੜਨ ਦਾ ਯਤਨ ਕਰੀਏ ਕਿ ਸਤਿਗੁਰਾਂ ਦੇ ਲਖਤੇ ਜਿਗਰ ਅੱਜ ਦੇ ਦਿਨ ਕਿਵੇਂ ਸ਼ਹਾਦਤ ਦਾ ਜਾਮ ਪੀ ਗਏ। ਮੈਂ ਥੋੜੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗਾ ਵੀ ਦੋਵਾਂ ਦੀ ਆਪ ਜੀ ਦੇ ਨਾਲ ਸ਼ਹਾਦਤ ਦੀ ਸਾਂਝ ਪਾ ਜਾਵਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਖਤੇ ਜਿਗਰ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਅੱਜ ਚਮਕੌਰ ਗੜ੍ਹੀ ਦੇ ਵਿੱਚ ਘਿਰੇ ਹੋਏ ਨੇ, ਤੇ ਗੁਰਦੇਵ ਪਾਤਸ਼ਾਹ ਮਹਾਰਾਜ ਚਮਕੌਰ ਗੜ੍ਹੀ ਦੇ ਵਿੱਚ ਜਿਸ ਵਕਤ ਉਤਾਰਾ ਹੋਇਆ, ਅੱਲਾ ਯਾਰ ਖਾਂ ਜੋਗੀ ਉਸ ਵੇਲੇ ਦਾ ਹਾਲ ਬਿਆਨ ਕਰਦਾ ਏ ਕਿ ਜਿੰਨੇ ਵੀ ਸਿੰਘ ਸਨ ਵਿਚਾਰੇ ਥੱਕੇ ਟੁੱਟੇ ਯੁੱਧ ਲੜਦੇ ਹੋਏ, ਉਹਨਾਂ ਦੇ ਹੱਥਾਂ ਤੇ ਚੰਡੀਆਂ ਪਈਆਂ ਹੋਈਆਂ ਸਨ, ਜਗ੍ਹਾ ਜਗ੍ਹਾ ਹੱਥਾਂ ਦੇ ਵਿੱਚੋਂ ਖੂਨ ਰਿਸ ਰਿਹਾ ਸੀ। ਲਗਾਤਾਰ ਮੁਗਲਾਂ ਦਾ ਟਾਕਰਾ ਕਰਦੇ ਹੋਏ ਉਹ ਰਣ ਤੱਤੇ ਦੇ ਵਿੱਚੋਂ ਭਿੜਦੇ ਹੋਏ ਚਮਕੌਰ ਗੜ੍ਹੀ ਦੇ ਵਿੱਚ ਪਹੁੰਚੇ ਨੇ। ਤੇ ਰਾਤ ਦੇ ਸਮੇਂ ਜਿੱਥੇ ਜਿੱਥੇ ਵੀ ਉਹਨਾਂ ਨੂੰ ਜਗ੍ਹਾ ਮਿਲੀ, ਧੂੜ ਦੇ ਵਿੱਚ ਜਿਵੇਂ ਦੇ ਵੀ ਬਸਤਰ ਸਨ ਕੋਲ, ਉਹਨਾਂ ਨੂੰ ਲੈ ਕੇ ਉਹ ਜ਼ਮੀਨ ਤੇ ਲੇਟ ਗਏ। ਭਾਈ ਦਇਆ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਸਤੇ ਇੱਕ ਆਸਣ ਲਾਇਆ। ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਇਸ ਖੇਮੇ ਦੇ ਵਿੱਚ ਜਾ ਕੇ ਬਿਰਾਜਮਾਨ ਹੋ ਜਾਓ। ਉਹ ਲਿਖਦੇ ਨੇ, ਸਭ ਲੇਟ ਗਏ ਜਿਮੀ पे जी पोंछ बिछाकर, कुछ उठ खड़े हुए पहरा देने के लिए तलवारों को लेकर। गोविंद भी शाबाश हुए खेमे में जाकर, जब देखा तो बैठे हैं गर्दन को झुकाकर। जोगी जी लिखते ने, जिस वक्त ਸਿੰਘਾਂ ਦੇ ਉਤਾਰੇ ਚਮਕੌਰ ਗੜ੍ਹੀ ਦੇ ਵਿੱਚ ਹੋਏ, ਜਿੰਨੇ ਵੀ ਗੁਰੂ ਕੇ ਲਾਲ ਸਨ, ਉਹਨਾਂ ਨੂੰ ਜਿੱਥੇ ਜਿੱਥੇ ਵੀ ਧੂੜ ਦੇ ਵਿੱਚ ਥਾਂ ਮਿਲੀ, ਬਰਫੀਲੀ ਧਰਤੀ ਤੇ ਕੁਝ ਆਪਣੇ ਸਰਾਣਿਆਂ ਦੇ ਥੱਲੇ ਘੋੜਿਆਂ ਦੀਆਂ ਕਾਠੀਆਂ ਰੱਖ ਕੇ, ਕੁਝ ਜਿਵੇਂ ਦੇ ਵੀ ਪ੍ਰਬੰਧ ਸਨ ਉਹਨਾਂ ਕੋਲ, ਉਹ ਬਸਤਰ ਲੈ ਕੇ ਘੋੜਿਆਂ ਤੇ ਪਾਉਣ ਵਾਲੇ ਜੀ ਪੋਸ਼ ਲੈ ਕੇ ਲੇਟ ਗਏ ਸਾਰੇ।
ਤੇ ਕੁਝ ਉੱਠ ਖਲੋਤੇ ਤਲਵਾਰਾਂ ਨੂੰ ਲੈ ਕੇ ਪਹਿਰਾ ਦੇਣ ਵਾਸਤੇ। कहते गोविंद भी शाबाश हुए खेमे में जाकर, जब देखा तो बैठे हैं गर्दन को झुकाकर। वाह गुरु मुख से निकलता है तू ही है, तू मुख से निकलता है। कहते सतगुरु जी उस खेमे दे विच जाके विराजमान होए ने ते परमात्मा नूं चेते कर रहे ने। अगे लिखदा है, 1.5 घड़ी बीती जिक्रे खुदा में, खेमे से निकल आए हजूर हवा में। कदमों से टहलते थे दिल था दुआ में, कहते थे ऐ खुदावंद खुश हूं तेरी रजा में। करतार से बोले गोया रूबरू होकर, कल जाऊंगा चमकौर से सुरखरू होकर। गुरु गोबिंद सिंह महाराज चमकौर गढ़ी दे विच टहलदे ਸਿੰਘਾਂ ਦੇ ਕੋਲ आ ਜਾਂਦੇ ਨੇ। जिथे ਸਿੰਘ ਜ਼ਮੀਨ ਤੇ ਸੁੱਤੇ ਪਏ ਨੇ, ਉਹਨਾਂ ਦੇ ਕੇਸ ਖੁੱਲੇ ਹੋਏ ਨੇ। ਉਹਨਾਂ ਨੂੰ ਦਸਤਾਰੇ ਦੇ ਦੇ ਕੇ ਸਤਿਗੁਰੂ ਜੀ ਢੱਕਦੇ ਨੇ। ਉਹਨਾਂ ਦੀਆਂ ਖੁੱਲੀਆਂ ਹੋਈਆਂ ਦਸਤਾਰਾਂ ਨੂੰ ਤਰਤੀਬਵਾਰ ਰੱਖਦੇ ਨੇ। ਫਿਰ ਕਿਤੇ ਉਹਨਾਂ ਦੇ ਹੱਥਾਂ ਨੂੰ ਚੁੰਮਦੇ ਨੇ, ਕਿਤੇ ਉਹਨਾਂ ਦੇ ਮੱਥੇ ਨੂੰ ਚੁੰਮਦੇ ਨੇ ਤੇ ਵਾਰ-ਵਾਰ ਯਾਦ ਕਰਦੇ ਨੇ, ਮੇਰੇ ਬੱਚਿਓ ਤੁਹਾਡੇ ਵੀ ਬੱਚੇ ਘਰਾਂ ਦੇ ਵਿੱਚ ਉਡੀਕਦੇ ਹੋਣਗੇ, ਤੁਹਾਡੀਆਂ ਵੀ ਮਾਵਾਂ ਉਡੀਕਦੀਆਂ ਹੋਣਗੀਆਂ ਵੀ ਕਦੋਂ ਰਣ ਤੱਤੇ ਦੇ ਵਿੱਚੋਂ ਜਿੱਤ ਕੇ ਘਰ ਵਾਪਸ ਆਉਣਗੇ। ਮੇਰੇ ਬੱਚਿਓ ਮੈਂ ਕੁਰਬਾਨ ਜਾਨਾ ਤੁਹਾਡੀ ਇਸ ਕੁਰਬਾਨੀ ਤੋਂ। ਤੁਸੀਂ ਮੇਰਾ ਹਰ ਹਾਲਤ ਦੇ ਵਿੱਚ ਸਾਥ ਦਿੱਤਾ ਹੈ। ਤੁਸੀਂ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਉਹ ਬੋਲ ਪੁਗਾ ਦਿੱਤੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂ ਕੈ ਕੰਚਨ ਮਾਟੀ ਮਾਨੈ। ਮੇਰੇ ਬੱਚਿਓ ਤੁਸੀਂ ਮੇਰਾ ਸਾਥ ਦਿੱਤਾ ਹੈ। ਤੁਸੀਂ ਮੈਨੂੰ ਬੜੇ ਪਿਆਰੇ ਲੱਗਦੇ ਹੋ। ਉਹਨਾਂ ਦੇ ਹੱਥ ਚੁੰਮਦੇ ਸਤਿਗੁਰੂ ਜੀ ਉਹਨਾਂ ਦੇ ਪੈਰਾਂ ਵੱਲ ਆ ਜਾਂਦੇ ਨੇ, ਉਹਨਾਂ ਦੇ ਪੈਰਾਂ ਨੂੰ ਵੀ ਚੁੰਮਦੇ ਨੇ। ऐसा हकीम अल्लाह यार खां जोगी ने लिखिया, गुरदेव पातशाह महाराज ਸਿੰਘਾਂ ਨੂੰ ਵੇਖਦੇ ਉਹਨਾਂ ਦੇ ਕੇਸ ਢੱਕਦੇ ਜਦੋਂ ਅੱਗੇ ਵੱਧਦੇ ਨੇ ਤੇ ਅੱਗੇ 2 ਲਖਤੇ ਜਿਗਰ ਨੇ, ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ। ਉਹ ਵੀ ਧਰਤੀ ਤੇ ਲੰਮੇ ਪਏ ਹੋਏ ਨੇ, ਸੁੱਤੇ ਹੋਏ ਨੇ। ਬੱਚਿਆਂ ਨੂੰ ਕੂਕ ਸੁੱਤਿਆਂ ਵੇਖ ਕੇ ਉਹਨਾਂ ਦੇ ਸਿਰਾਂ ਵਾਲੇ ਪਾਸੇ ਆਣ ਕੇ ਗੁਰਦੇਵ ਪਾਤਸ਼ਾਹ ਮਹਾਰਾਜ ਖਲੋਂਦੇ ਨੇ ਤੇ ਕੁਝ ਬੜੇ ਪਿਆਰ ਦੇ ਨਾਲ ਕਹਿੰਦੇ ਨੇ। ਉਹਨੂੰ ਵੀ ਜੋਗੀ ਜੀ ਲਿਖਦੇ ਨੇ, ਕਹਿੰਦੇ ਮਾਸੂਮ ਹੋ मजलूम हो दुनिया से भले हो, दुनिया हुई अंधेर जब आंखों से टले हो। मेरे पुत्र तुसी बड़े चंगे हो, दुनिया दे नालों बहुत सुचज्जे जीवन ने तुहाडे। अज तुसी ओ कुर्बानियां दे जानियां ने जेड़ी रहिंदी दुनिया तक लोग याद करनगे। तुसी ऐसे नाम अपने दुनिया ते चमका देने ने, रहिंदी दुनिया तक लोग तुहानू नमस्कारां करनगे। मासूम हो मजलूम हो दुनिया से भले हो, लखते दिल गोबिंद हो नाजों से पले हो। दुनिया हुई अंधेर जब आंखों से टले हो। पहले बाप कटा घर बार लुटा, अब तुम भी चले हो। मेरे बच्चों हुण तुसी भी मेरा साथ छड्ड के चले हो। गुरदेव पातशाह महाराज अपने बच्चों नूं प्यार कर रहे सन। कहते थे कल दोनों बेटा, कल सवेर नूं तुसी दोवें मेरियां अखां तो दूर हो जाओगे। कल दोनों परवान चढ़ोगे, रह जाएंगे हम अकेले, तुम चैन करोगे। बेटा तुसी परमात्मा दे घर कल परवान हो जाओगे, पर मैं इस खुलत दे विच कल्ला रह जावांगा, पर तुसी मालिक दे दर ते परवान होगे। कल दोनों परवान चढ़ोगे, रह जाऊंगा अकेला खुलद में, तुम चैन करोगे। गुरदेव पातशाह महाराज अपने पुत्रां नूं प्यार करदे ने, अगे वधदे ने ते चमकौर गढ़ी दी मिट्टी लैके
ਆਪਣੇ ਹੱਥ ਦੇ ਵਿੱਚ ਉਸ ਮਿੱਟੀ ਨੂੰ ਪਿਆਰ ਕਰਦੇ ਨੇ। ਭਾਈ ਦਇਆ ਸਿੰਘ ਜੀ ਕੋਲ ਆਣ ਕੇ ਪੁੱਛਦੇ ਨੇ, ਸਤਿਗੁਰੂ ਜੀ ਇਸ ਮਿੱਟੀ ਦੇ ਨਾਲ ਬੜਾ ਪਿਆਰ ਹੈ ਮਹਾਰਾਜ, ਇਹਨੂੰ ਵਾਰ-ਵਾਰ ਆਪਣੇ ਹੱਥ ਦੇ ਵਿੱਚ ਲੈ ਕੇ ਕੀ ਵੇਖਦੇ ਹੋ? ਤੇ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ, ਭਾਈ ਦਇਆ ਸਿੰਘ हम कहते थे जिस खित्ते में है जाना ये वही है, कल जहां बच्चों को है कटाना ये वही है। भाई दया सिंह जी मैं तुहानू कदे कहा सी इस थां ते आपां आवांगे, जिस खित्ते में हम कहते थे है आना ये वही है, कल जहां बच्चों को है कटाना ये वही है, कल जहां से सुरखरू होकर है जाना ये वही है, धरती कह देती है ठिकाना ये वही है। सतगुरु जी भाई दया सिंह जी नूं समझाउंदे, गुरदेव पातशाह महाराज अपने पुत्रां नूं प्यार करदे ने। सवेरे दिन चढ़दा है ते 8-8 ਸਿੰਘਾਂ ਦੇ ਜਥੇ बना के सतगुरु जी जंग दे विच भेजदे ने। इत्थे गुरदेव पातशाह महाराज ने वो बोल पुगा दिते ਜਿਹੜੇ ਕਦੇ ਆਖੇ ਸਨ, 1.25 लाख से एक लड़ाऊं तबे गोबिंद सिंह नाम कहाऊं। गुरदेव पातशाह महाराज 8-8 ਸਿੰਘਾਂ ਦੇ ਜਥੇ ਤੋਰਦੇ ਨੇ ਤੇ ਇੱਕ ਜਥਾ ਜਿਹੜਾ ਏ ਉਹ ਜਾ ਕੇ ਲੱਖਾਂ ਵੈਰੀਆਂ ਦੇ ਨਾਲ ਲੜਦਾ ਏ, ਫਿਰ ਸ਼ਹਾਦਤ ਦਾ ਜਾਮ ਪੀ ਜਾਂਦਾ ਏ। ਐਸਾ ਵੀ ਹਿਸਟਰੀ ਦੇ ਵਿੱਚੋਂ ਪੜਨ ਨੂੰ ਮਿਲਦਾ ਏ। ਇੱਕ ਸਿੰਘ ਨੇ 5-5 ਮੁਗਲ ਸਿਪਾਹੀਆਂ ਨੂੰ 500 ਮੁਗਲ ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰਿਆ, फिर शहादत का जाम पी गए। जदों दोपहर का वेला होया ते बाबा अजीत सिंह जी अपने पिता दे कोल आण के खलो जांदे ने। कहंदे, पिता जी मैं एक पंक्ति दे अर्थ पुछने ने। धन गुरु गोबिंद सिंह महाराज कहंदे, बेटा ऐसी केड़ी पंक्ति है जिहदे अर्थ तेनू नहीं आउंदे मेरे लाल जी? तेनू सारी गुरबाणी पढ़नी आउंदी है ते तेरे वर्गे अर्थ होर कोई भी नहीं कर सकदा। बेटा ਕਿਹੜੀ ਐਸੀ ਪੰਕਤੀ ਹੈ ਜਿਹਦੇ ਅਰਥ ਤੈਨੂੰ ਨਹੀਂ ਆਉਂਦੇ? ਕਹਿੰਦਾ, ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਹ ਬਚਨ ਦਰਜ ਨੇ, ਗੁਰ ਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ। ਗੁਰੂ ਜਿਹੜਾ ਆਪਣੇ ਪੁੱਤਰਾਂ ਨੂੰ ਤੇ ਮਿੱਤਰਾਂ ਨੂੰ ਇੱਕੋ ਜਿਹਾ ਪਿਆਰ ਕਰਦਾ ਏ। ਸਤਿਗੁਰੂ ਜੀ ਪਰ ਅੱਜ ਮੈਂ ਵੇਖ ਰਿਹਾ ਤੁਸੀਂ ਸਿੱਖਾਂ ਨੂੰ ਬਹੁਤਾ ਪਿਆਰ ਕੀਤਾ ਏ, ਮੈਨੂੰ ਜੰਗ ਵਿੱਚ ਜਾਣ ਦੀ ਆਗਿਆ ਨਹੀਂ ਦਿੱਤੀ। ਅੱਜ ਮੈਨੂੰ ਕਿਤੇ ਨਾ ਕਿਤੇ ਇਹ ਨਜ਼ਰ ਆਇਆ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਬੇ ਅਜੀਤ ਸਿੰਘ ਨੂੰ ਬੜੇ ਪਿਆਰ ਦੇ ਨਾਲ ਕਹਿੰਦੇ ਨੇ, ਪੁੱਤਰ ਮੈਂ ਚਾਹੁੰਦਾ ਸਾਂ ਵੀ ਤੂੰ ਆਪਣੇ ਆਪ ਆਣ ਕੇ ਗੱਲ ਆਖੇ ਵੀ ਮੈਨੂੰ ਯੁੱਧ ਵਿੱਚ ਜਾਣ ਦੀ ਆਗਿਆ ਦਿਓ। ਬੇਟਾ ਇਹ ਤੂੰ ਬਹੁਤ ਵਧੀਆ ਪੂਰਨੇ ਪਾ ਚੱਲਿਆ, ਕਿਉਂਕਿ ਤੂੰ ਯੁੱਧ ਵਿੱਚ ਜਾਣ ਦੀ ਆਗਿਆ ਆਪ ਮੰਗੀ ਏ। ਆਉਣ ਵਾਲੇ ਟਾਈਮ ਦੇ ਵਿੱਚ ਤੇਰੇ ਵਰਗੇ ਲੱਖਾਂ ਅਜੀਤ ਸਿੰਘ ਉਹ ਆਪਣੇ ਮਾਪਿਆਂ ਤੋਂ ਪੁੱਛਣਗੇ ਨਹੀਂ ਵੀ ਅਸੀਂ ਸ਼ਹਾਦਤ ਦਾ ਜਾਮ ਪੀਏ ਜਾਂ ਨਾ ਪੀਏ, ਯੁੱਧ ਵਿੱਚ ਜਾਈਏ ਜਾਂ ਨਾ ਜਾਈਏ। ਬੇਟਾ ਤੂੰ ਐਵੇਂ ਦੇ ਪੂਰਨੇ ਪਾ ਕੇ ਚੱਲਿਆ, ਆਉਣ ਵਾਲੇ ਟਾਈਮ ਦੇ ਵਿੱਚ ਤੇਰੇ ਵਰਗੇ ਲੱਖਾਂ ਸੂਰਮੇ ਜਿਹੜੇ ਨੇ ਉਹ ਜੰਗ ਦੇ ਵਿੱਚ ਆਪਣੇ ਆਪ ਛਾਲ ਮਾਰ ਕੇ ਕੁੱਟ ਜਾਇਆ ਕਰਨਗੇ। ਐਸਾ ਹੋਇਆ। ਕਿਸੇ ਕਵੀ ਨੇ ਚੰਦ ਲਾਈਨਾਂ ਲਿਖੀਆਂ ਨੇ। ਉਹ ਕਹਿੰਦਾ, ਜਦੋਂ ਦੇਸ਼ ਨੂੰ ਸਿਰਾਂ ਦੀ ਲੋੜ ਪੈ ਗਈ ਤੇ ਹਾਮੀ ਹੱਸ ਕੇ ਭਰੀ ਪੰਜਾਬੀਆਂ ਨੇ, ਜਦੋਂ ਜ਼ੁਲਮ ਦੀ ਨਦੀ ਵਿੱਚ ਕਾਂਗ ਆਈ, ਛਾਲ ਮਾਰ ਕੇ ਤਰੀ ਪੰਜਾਬੀਆਂ ਨੇ, ਰਚਿਆ ਕਿਤੇ ਸਵੰਬਰ ਜਾਂ ਵਿਦ ਮਾਤਾ, ਲਾੜੀ ਮੌਤ ਵੀ ਵਰੀ ਪੰਜਾਬੀਆਂ ਨੇ, ਚਾਰੇ ਪਾਸਿਆਂ ਤੋਂ ਕਿਤੋਂ ਆਈ ਗੋਲੀ, ਪਹਿਲਾਂ ਛਾਤੀ ਵਿੱਚ ਜਰੀ ਪੰਜਾਬੀਆਂ ਨੇ। ਕਿਉਂ ਜਰੀ? ਕਿਉਂਕਿ ਉਹ ਆਪਣੇ ਇਤਿਹਾਸ ਨੂੰ ਪੜ੍ਹਦੇ ਨੇ, ਉਹਨਾਂ ਨੂੰ ਚੇਤਾ ਏ। ਉਹ ਕਹਿੰਦੇ ਨੇ ਦੁਸ਼ਮਣ ਨੂੰ ਵੰਗਾਰ ਕੇ, ਸਾਡੇ ਸਿਰਾਂ ਤੇ ਹੱਥ ਦਸ਼ਮੇਸ਼ ਦਾ ਏ, ਸੀਸ ਤਲੀ ਤੇ ਰੱਖਣਾ ਜਾਣਦੇ ਹਾਂ, ਤਤੀ ਤਵੀ ਤੇ ਬੈਠ ਕੇ ਗੀਤ ਗਾਈਏ, ਆਰੇ ਹੇਠ ਵੀ
ਜ਼ਿੰਦਗੀ ਮਾਣਦੇ ਹਾਂ। ਸੀਸ ਗੰਜ ਤੇ ਗੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਜੂਝਣਾ ਦੱਸਦੇ ਨੇ। ਜਾ ਕੇ ਪੁੱਛ ਲੋ ਚਮਕੌਰ ਦੀ ਸਰਹੰਦ ਦੀ ਨੀ ਕੋਲੋਂ, ਤੇ ਲਾਲ ਨੀਹਾਂ ਵਿੱਚ ਕਿੱਦਾਂ ਹੱਸਦੇ ਨੇ। ਜਾ ਕੇ ਪੁੱਛ ਲੋ ਕੰਧ ਸਰਹੰਦ ਦੀ ਤੋਂ, ਬਾਲ ਨੀਹਾਂ ਵਿੱਚ ਕਿੱਦਾਂ ਹੱਸਦੇ ਨੇ। ਕਹਿੰਦੇ ਸਾਨੂੰ ਅੱਜ ਵੀ ਉਹ ਗੁਰੂ ਸਾਹਿਬਾਨਾਂ ਦਾ ਇਤਿਹਾਸ ਸਾਨੂੰ ਅੱਜ ਵੀ ਚੇਤੇ ਕਰਾਉਂਦਾ ਅਸੀਂ ਵੈਰੀ ਦੇ ਨਾਲ ਲੜਨਾ ਕਿਵੇਂ, ਕਿਉਂਕਿ ਉਹਨਾਂ ਨੂੰ ਬਾਬਾ ਅਜੀਤ ਸਿੰਘ ਵਾਰ-ਵਾਰ ਯਾਦ ਆਉਂਦਾ ਹੈ। ਮੇਰੇ ਸਤਿਗੁਰੂ ਜੀ ਇਹ ਬਖਸ਼ਿਸ਼ ਕਰ ਗਏ ਨੇ, ਅਜੀਤ ਸਿੰਘਾ ਲੋੜ ਪੈਣ ਤੇ ਤੇਰੇ ਵਰਗੇ ਲੱਖਾਂ ਸੂਰਮੇ ਆਪਣੀਆਂ ਜਾਨਾਂ ਕੁਰਬਾਨ ਕਰ ਜਾਇਆ ਕਰਨਗੇ। ਜਾ ਮੇਰੇ ਪੁੱਤਰ ਤੈਨੂੰ ਰਣ ਤੱਤੇ ਵਿੱਚ ਜਾਣ ਦੀ ਆਗਿਆ ਹੈ। ਬਾਬਾ ਅਜੀਤ ਸਿੰਘ ਜੀ ਜਦੋਂ ਚੱਲੇ ਨੇ ਤੇ ਉਹ ਆਪਣੇ ਪਿਤਾ ਦੇ ਸਾਹਮਣੇ ਖਲੋ ਕੇ ਕੁਝ ਬੇਨਤੀਆਂ ਕਰਦੇ ਨੇ। ਨਾਮ ਕਾ ਅਜੀਤ ਹੂੰ जीता नहीं जाऊंगा, जीता भी गया तो जीता नहीं आऊंगा। ਜਦੋਂ ਰਣ ਤੱਤੇ ਵਿੱਚ ਜਾ ਕੇ ਵੈਰੀ ਨਾਲ ਜੂਝਦਾ ਏ, ਸੂਰਮੇ ਨੇ ਇੰਨੇ ਤੀਰ ਚਲਾਏ ਵੀ ਇੱਕ ਵਾਰ ਚਮਕੌਰ ਦੇ ਮੈਦਾਨ ਦੇ ਵਿੱਚ ਦੁਸ਼ਮਣਾਂ ਦੇ ਵਿੱਚ ਭਗਦੜ ਮਚ ਗਈ। ਵੈਰੀ ਦਲ ਜਿਹੜਾ ਏ ਉਹ ਭੱਜ ਗਿਆ, ਬਹੁਤ ਦੂਰ ਤੱਕ ਬਾਬਾ ਅਜੀਤ ਸਿੰਘ ਨੇ ਦੌੜਾ ਦਿੱਤੇ ਸਾਰੇ। ਜਦੋਂ ਸਾਹਿਬਜ਼ਾਦੇ ਵੱਲ ਵੇਖਦੇ ਸਨ ਤੇ ਉਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਸਵੀਰ ਦਿਖਦੀ ਸੀ। ਉਹ ਕਹਿੰਦੇ ਸਨ ਲੱਗਦਾ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੰਗ ਵਿੱਚ ਆ ਗਏ ਨੇ। ਐਸੇ ਸੂਰਮੇ ਨੇ ਤੀਰ ਚਲਾਏ, ਬਹੁਤ ਸਾਰੇ ਵੈਰੀਆਂ ਨੂੰ ਮਾਰਨ ਤੋਂ ਬਾਅਦ ਪੱਥੇ ਦੇ ਵਿੱਚੋਂ ਤੀਰ ਮੁੱਕ ਗਏ। ਫਿਰ ਯੋਧੇ ਨੇ ਨੇਜਾ ਫੜ ਲਿਆ। ਸੂਰਮਾ ਨੇਜੇ ਦੇ ਨਾਲ ਲੜਦਾ ਏ। ਲੜਦਿਆਂ ਲੜਦਿਆਂ ਇੱਕਦਮ ਐਸਾ ਜਰਨੈਲ ਸਾਹਮਣੇ ਆਇਆ ਜਿਹੜਾ ਲੋਹੇ ਦੀ ਸੰਜੋ ਦੇ ਵਿੱਚ ਮੜਿਆ ਹੋਇਆ ਸੀ। ਜਦੋਂ ਉਹਦੀ ਛਾਤੀ ਵਿੱਚ ਬਾਬੇ ਅਜੀਤ ਸਿੰਘ ਨੇ ਪੂਰੇ ਜ਼ੋਰ ਦੇ ਨਾਲ ਘੋੜੇ ਦੀਆਂ ਰਕਾਬਾਂ ਤੇ ਪੂਰਾ ਵਜ਼ਨ ਪਾ ਕੇ ਜਦੋਂ ਖਲੋ ਕੇ ਨੇਜਾ ਮਾਰਿਆ ਨਾ, ਉਸ ਲੋਹੇ ਦੀ ਸੰਜੋ ਨੂੰ ਪਾੜ ਕੇ ਆਰ ਪਾਰ ਲੰਘਿਆ। ਉਹ ਜਿਹੜਾ ਸੂਰਮਾ ਸੀ ਉਹ ਤੇ ਰਣ ਤੱਤੇ ਦੇ ਵਿੱਚ ਸ਼ਹੀਦ ਹੋ ਗਿਆ, ਪਰ ਬਾਬੇ ਅਜੀਤ ਸਿੰਘ ਦਾ ਨੇਜਾ ਜਿਹੜਾ ਸੀ ਉਹ ਵਿੱਚ ਹੀ ਅੜ ਗਿਆ। ਆਪ ਜੀ ਨੇ ਨੇਜਾ ਵੀ ਛੱਡ ਦਿੱਤਾ। ਹੁਣ ਆਪ ਜੀ ਨੇ ਮਨਿਆਨ ਦੇ ਵਿੱਚੋਂ ਕਿਰਪਾਨ ਖਿੱਚ ਲਈ। ਕਿਰਪਾਨ ਧੂ ਕੇ ਬਾਬਾ ਅਜੀਤ ਸਿੰਘ ਜੀ ਗੱਤਕਾ ਖੇਡਦੇ ਨੇ। ਗੱਤਕਾ ਖੇਡਦਿਆਂ ਖੇਡਦਿਆਂ ਅਚਾਨਕ ਇੱਕ ਤੀਰ ਜਿਹੜਾ ਕਿਸੇ ਸੂਰਮੇ ਨੇ ਬਾਬਾ ਅਜੀਤ ਸਿੰਘ ਦੇ ਮਾਰਿਆ ਸੀ, ਉਹ ਘੋੜੇ ਨੇ ਵਾਰ ਆਪਣੇ ਉੱਤੇ ਲੈ ਲਿਆ ਤੇ ਬਾਬੇ ਅਜੀਤ ਸਿੰਘ ਨੇ ਘੋੜਾ ਵੀ ਛੱਡ ਦਿੱਤਾ। ਆਪ ਜੀ ਫਿਰ ਰਣ ਤੱਤੇ ਦੇ ਵਿੱਚ ਪੈਦਲ ਲੜਦੇ ਨੇ। ਲੜਦਿਆਂ ਲੜਦਿਆਂ ਇੰਨੇ ਤੀਰ ਵੱਜੇ ਬਾਬਾ ਅਜੀਤ ਸਿੰਘ ਦੇ ਵੀ ਉਹ ਫਿਰ ਅਖੀਰਲੇ ਸਮੇਂ ਇੱਕ ਪਾਸੇ ਤੀਰਾਂ ਦੀ ਸੇਜ ਤੇ ਸੌਣ ਲੱਗੇ ਨੇ, ਦੂਜੇ ਪਾਸੇ ਮਮਟੀ ਦੇ ਵਿੱਚ ਬੈਠੇ ਹੋਏ ਆਪਣੇ ਪਿਤਾ ਵੱਲ ਨੂੰ ਮੂੰਹ ਕਰਕੇ ਕਹਿੰਦੇ ਬੋਲੇ ਸੋ ਨਿਹਾਲ। ਉਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਕਾਰਾ ਛੱਡਦੇ ਨੇ। ਗੜੀ ਦਾ ਨਿਯਮ ਸੀ, ਜਦੋਂ ਕੋਈ ਸੂਰਮਾ ਗੁਰੂ ਕਾ ਲਾਲ ਸ਼ਹਾਦਤ ਦਾ ਜਾਮ ਪੀ ਜਾਂਦਾ ਸੀ, ਉਦੋਂ ਗੜੀ ਦੇ ਵਿੱਚ ਜਕਾਰੇ ਸਿੰਘ ਛੱਡਦੇ ਸਨ। ਪਰ ਹੁਣ ਬਾਬਾ ਅਜੀਤ ਸਿੰਘ ਸ਼ਹਾਦਤ ਦਾ ਜਾਮ ਪੀ ਗਿਆ। ਗੁਰੂ ਗੋਬਿੰਦ ਸਿੰਘ ਨੇ ਬੜੀ ਉੱਚੀ ਸਾਰੀ ਜਕਾਰਾ ਬੁਲਾਇਆ, ਪਰ ਅੱਗੋਂ ਆਵਾਜ਼ ਨਹੀਂ ਆਈ। ਇਸ ਤੋਂ ਬਾਅਦ ਬਾਬਾ ਜੁਝਾਰ ਸਿੰਘ ਜੀ ਸਾਹਮਣੇ ਆਉਂਦੇ ਨੇ, ਕਹਿੰਦੇ ਪਿਤਾ ਜੀ ਮੈਨੂੰ ਵੀ ਰਣ ਤੱਤੇ ਵਿੱਚ ਜਾਣ ਦੀ ਆਗਿਆ ਦਿਓ। ਭਾਈ ਕੇ ਬਿਨਾ जीना नहीं आता, खाना नहीं पीना नहीं सोना नहीं भाता। पिता जी आप जी कृपा करके मैनू भी रण तत्ते विच जाण दी आग्या दिओ। गुरदेव पातशाह महाराज ने बाबे जुझार सिंह दा मत्था चुम्मिया और बड़े प्यार दे नाल ओदे पत्थे दे विच तीर पाए ने। ओनू सूरमिया वांगू आप सतगुरां ने हत्थीं सजाया ते तोरन लग्या कहंदे ने बेटा जाओ तुम्हें करतार को सौंपा। मेरे बच्चे तू चलिया रण तत्ते दे विच जा, मैं तेनू करतार नू सौंप दिता। मरो जा मारो तुम्हें करतार को सौंपा।
सिक्खी को उभारो, तुम्हें करतार को सौंपा। प्यासे हुए जात हो, बेटा तू जा रहा रण तत्ते दे विच शहादत दा जाम पीण वास्ते बड़ी खुशी नाल चलिया। परमात्मा किरपा करे तेनू जामे शहादत बख्शे। बड़े प्यार दे नाल सतगुरां ने बाबे जुझार सिंह नू तोड़ दिता है। हम देते हैं खंजर, इसे तुम तीर समझना। नेजों की जगह दाता के तुम तीर समझना। हम देते हैं खंजर, इसे शमशीर समझना। नेजों की जगह दाता के तुम तीर समझना। जितने मरे इससे उन्हें बेपीर समझना। बेटा जाओ, असी तुहानू आ खंजर देने आ, इन्हां नू तुसी तीर समझ लेना। जदों कोई सीने दे विच तीर लगे, सी नहीं करनी, उफ मुंह से मेरी जान कभी नहीं भरनी। बेटा मुंह तो सी नहीं करनी। कैसा पिता है गुरु गोबिंद सिंह महाराज, अपने बच्चों नू रण तत्ते दे विच भेजदा है ते नाल हुक्म करदा भी जदों तुसी शहीद होना है ते सी भी नहीं करनी। बाबा जुझार सिंह जी जदों रण तत्ते दे विच जांदे ने, अगों टिड्डी दल जिहड़ा वो भज के अगे वधदा है भी ये निक्का जिहा बच्चा किते अगाह ना वध जाए। अपने वल्लों अंदाजा लाउंदे ने, लगदा हुण गढ़ी दे विच सूरमे बहुते नहीं रह गए, हुण निक्के निक्के बच्चियां दा नंबर आ गया युद्ध लड़न दा। बाबे जुझार सिंह नूं अगे ना वधन दिता जाए। चार सफेरियों जरनैल अगे वधदे ने, इधरों गुरु गोबिंद सिंह महाराज ऐसे तीर चलाउंदे ने, एक वारी वैरी दल दे विच भगदड़ मच जांदी है। ਵੱਡੇ ਵੱਡੇ ਸੂਰਮੇ ਜਿਹੜੇ ਨੇ ਮੈਦਾਨ ਨੂੰ ਛੱਡ ਜਾਂਦੇ ਨੇ ਤੇ ਬਾਬਾ ਜੁਝਾਰ ਸਿੰਘ ਲੜਦਾ ਹੋਇਆ ਅੱਗੇ ਵੱਧਦਾ ਏ। ਉਹ ਵੀ ਉਸ ਥਾਂ ਤੇ ਪਹੁੰਚ ਜਾਂਦਾ ਏ ਜਿੱਥੇ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋਏ ਨੇ। ਜਦੋਂ ਉੱਥੇ ਪਹੁੰਚਦਾ ਏ ਤੇ ਬਾਬਾ ਜੁਝਾਰ ਸਿੰਘ ਵੀ ਉਹਦੇ ਪੱਥੇ ਦੇ ਵਿੱਚੋਂ ਤੀਰ ਖਤਮ ਹੁੰਦੇ ਨੇ। ਆਖਰਕਾਰ ਕੋਈ ਮੁਗਲ ਜਰਨੈਲ, ਕੋਈ ਸਿਪਾਹੀ ਆਣ ਕੇ ਐਸੀ ਬਰਸੀ ਮਾਰਦਾ ਬਾਬੇ ਜੁਝਾਰ ਸਿੰਘ ਦੇ ਸੀਨੇ ਦੇ ਵਿੱਚ, ਉਹ ਵੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਔਰ ਜਦੋਂ ਬਾਬਾ ਜੁਝਾਰ ਸਿੰਘ ਜੀ ਸ਼ਹਾਦਤ ਦਾ ਜਾਮ ਪੀਂਦੇ ਨੇ, ਸਤਿਗੁਰਾਂ ਵੱਲ ਮੂੰਹ ਕਰਕੇ ਉਹ ਵੀ ਜਕਾਰਾ ਛੱਡਦੇ ਨੇ। ਇਧਰੋਂ ਸਤਿਗੁਰੂ ਜੀ ਬੜੀ ਉੱਚੀ ਸਾਰੀ ਜਕਾਰਾ ਛੱਡਦੇ ਨੇ, ਪਰ ਅੱਗੋਂ ਕੋਈ ਆਵਾਜ਼ ਨਹੀਂ ਆਉਂਦੀ। ਜਦੋਂ ਜਕਾਰੇ ਦੀ ਆਵਾਜ਼ ਨਾ ਆਈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਸਿੰਘੋ ਜਿੰਨੀ ਵਾਰ ਵੀ ਕੋਈ ਸੂਰਮਾ ਸ਼ਹੀਦ ਹੋਇਆ, ਜਿੰਨੀ ਵਾਰ ਵੀ ਕਿਸੇ ਸਿੰਘ ਨੇ ਸ਼ਹਾਦਤ ਦਾ ਜਾਮ ਪੀਤਾ, ਤੁਸੀਂ ਜਕਾਰੇ ਛੱਡਦੇ ਹੋ ਤੇ ਉੱਚੀ ਸਾਰੀ ਜਕਾਰੇ ਦਾ ਜਵਾਬ ਦਿੰਦੇ ਹੋ। ਅੱਜ ਮੇਰੇ ਪੁੱਤਰ ਜਿਹੜੇ ਨੇ ਸ਼ਹਾਦਤ ਦਾ ਜਾਮ ਪੀ ਰਹੇ ਨੇ ਤੇ ਤੁਸੀਂ ਅੱਗੋਂ ਕੋਈ ਆਵਾਜ਼ ਹੀ ਨਹੀਂ ਦਿੰਦੇ। ਉਹ ਕਹਿੰਦੇ ਸਤਿਗੁਰੂ ਜੀ ਅਸੀਂ ਕਿਵੇਂ ਜਵਾਬ ਦਈਏ, ਹੁਣ ਆਵਾਜ਼ ਨਹੀਂ ਨਿਕਲਦੀ। ਮਹਾਰਾਜ ਇਹ ਦੁੱਖ ਦੀ ਘੜੀ ਵਿੱਚ ਸਾਡੇ ਤੋਂ ਬੋਲਿਆ ਨਹੀਂ ਜਾਂਦਾ। ਸਤਿਗੁਰੂ ਜੀ ਕਹਿੰਦੇ ਨਹੀਂ, ਤੁਸੀਂ ਜਕਾਰੇ ਛੱਡੋ। ਕੋਲੋਂ ਸਿੰਘਾਂ ਨੇ ਆਖਿਆ ਮਹਾਰਾਜ ਜਕਾਰੇ ਤੇ ਖੁਸ਼ੀ ਦੇ ਟਾਈਮ ਤੇ ਛੱਡੇ ਜਾਂਦੇ ਨੇ, ਮਹਾਰਾਜ ਅੱਜ ਤੇ ਦੁੱਖ ਦੀ ਘੜੀ ਏ। ਸਤਿਗੁਰੂ ਜੀ ਕਹਿੰਦੇ ਨਹੀਂ। ਸਿੰਘ ਵਾਰ-ਵਾਰ ਕਹਿੰਦੇ ਮਹਾਰਾਜ ਅਸੀਂ ਕਿਵੇਂ ਜਕਾਰਾ ਛੱਡੀਏ। ਜਕਾਰਾ ਛੱਡੀਦਾ ਉਦੋਂ ਜਦੋਂ ਕੋਈ ਘਰ ਦੇ ਵਿੱਚ ਖੁਸ਼ੀ ਹੋਵੇ, ਕੋਈ ਨਾਮ ਦੇ ਵਿੱਚ ਵਾਧਾ ਹੋਵੇ। ਪਾਤਸ਼ਾਹ ਜੀ ਕਹਿੰਦੇ ਮੇਰੇ ਨਾਮ ਵਿੱਚ ਵੀ ਤੇ ਵਾਧਾ ਹੋਇਆ। ਪਹਿਲਾਂ ਲੋਕ ਮੈਨੂੰ ਪਿਤਾ ਦਾ ਦਾਨੀ ਕਹਿੰਦੇ ਸਨ, ਅੱਜ ਮੈਂ ਆਪਣੇ ਦੋਵੇਂ ਪੁੱਤਰ ਆਪਣੀਆਂ ਅੱਖਾਂ ਦੇ ਸਾਹਮਣੇ ਵਾਰ ਦਿੱਤੇ ਨੇ। ਅੱਜ ਤੋਂ ਬਾਅਦ ਲੋਕ ਮੈਨੂੰ ਪੁੱਤਰਾਂ ਦਾ ਦਾਨੀ ਕਹਿਣਗੇ। ਪਹਿਲਾਂ ਪਿਤਾ ਦਾ ਦਾਨੀ, ਹੁਣ ਪੁੱਤਰਾਂ ਦਾ ਦਾਨੀ ਕਹਿਣਗੇ। ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮੇਰੇ ਨਾਮ ਦੇ ਵਿੱਚ ਵਾਧਾ ਹੋਇਆ। ਖਾਲਸਾ ਜੀ ਤੁਸੀਂ ਖੁਸ਼ ਹੋਵੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗਿਆਨੀ ਸੋਹਣ ਸਿੰਘ ਸੀਤਲ ਜੀ ਲਿਖਦੇ ਨੇ, ਜਦੋਂ ਬਾਬਾ ਜੁਝਾਰ ਸਿੰਘ ਜੀ ਸ਼ਹਾਦਤ ਦਾ ਜਾਮ ਪੀਂਦੇ ਨੇ, ਉਸ ਵੇਲੇ ਦਾ ਵੇਰਵਾ ਬੜੇ ਸੁੰਦਰ ਲਾਈਨਾਂ ਦੇ ਵਿੱਚ ਲਿਖਦੇ ਨੇ। ਉਹ ਕਹਿੰਦੇ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਉਹਨੂੰ ਉਂਗਲੀ ਲਾ ਕੇ ਲੈ ਗਿਆ ਸੀ ਵੀਰ ਵਡੇਰਾ। ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਜੋੜਾ ਜੋੜਾ ਕਰਕੇ ਵਾਰਤਾ ਸੀ ਪਰਿਵਾਰ ਬਥੇਰਾ। ਮੇਰਾ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਤਰ੍ਹਾਂ ਆਪਣੇ ਪੁੱਤਰਾਂ ਨੂੰ ਵਾਰਦੇ ਨੇ।
इधरले पासे मां गुजरी जिहड़ा अज तुसीं दिहाड़ा मना रहे हो, मैं बस थोड़े टाइम दे विच उन्हां दी भी 2-4-10 मिनट दे विच गल जिहड़ी है शहादत दी तुहाडे नाल सांझ पाउणी है। अज अखीरली पेशी है ते मां गुजरी अपने बच्चियां नूं तोरन लगी है। जदों तोरदी है ना ते अल्लाह यार खां जोगी लिखदा है, कहती है उठो मेरे लाल जरा सीने से लगा तो लूं, केसों में कंघी करूं, जरा मुंह धुला तो लूं, नन्हे से सरों पे कलगी लगा तो लूं, जाने से पहले तुम्हें दूल्हा बना तो लूं। मेरे बच्चों आओ मैं तुहानू छाती नाल लावां, मैं तुहाडे केसां दे विच कंघी करां, मैं तुहाडा मूँह धवा के सुंदर दस्तारां बन के कलगियां ला के तुहानू तोरदियां तुसी लाड़ी मौत नू विआउण वास्ते जाना। मां गुजरी ठंडे बुरज दे विच अपनियां नोहां नू चेते करदी है, अपने लाल नू चेते करदी है और प्यार दे नाल कहंदी है आजा जीतो राणीए नी लै 2 मिनट उधारे, आजा धीए राणीए वेख लै नी चन्न चढ़दे खारे। आ मेरीए बच्चीए आपां इन्हां लालां दियां घोड़ियां गा लईए। तुसी इस तरह भी सुनदे हो, ठंडे बुरज च बैठी माता शगन करे, माता शगन करे, जोरावर फतेह सिंह कोड़ी चढ़े, जोरावर फतेह सिंह कोड़ी चढ़े, गंगू राम विचोला पैड़ा रख गया सी ओला, गंगू राम विचोला पैड़ा रख गया सी ओला, कंब दे जलाद हथी तेसे ने फड़े, हथी तेसे ने फड़े, फतेह सिंह कोड़ी चढ़े, हाँ जोरावर ठंडे बुरज च बैठी माता शगन करे, माता शगन करे, जोरावर फतेह सिंह कोड़ी चढ़े। माता बच्चियां नूं वार-वार सीने नाल लाउंदी है। सिपाही आण के कहंदे ने मां जी इन्हां बच्चियां नूं वजीर खान दी कचहरी विच सद्दिया है, अज आखिरी पेशी है। वजीर खान ने फिर पुछया बच्चिओ अजे भी समा है, इस्लाम धर्म नूं कबूल कर लो ते तुहाडीआं जानां बच जाणगीआं, तुहानू बहुत बहुत वड्डे महल दे देंगे, सोहणियां बेगमां दे नाल तुहाडे विआह कर देंगे, बहुत सारियां फौजां तुहाडे अगे पिछे होणगियां। पर वो कहंदे नहीं इंज नहीं हो सकदा। कहंदे फिर मौत दे घाट उतार दिते जाओगे। काजी नूं बुला के फतवा लाया गया है, इन्हां बच्चियां नूं नीहां दे विच चिण के शहीद कर दिता जाए। बच्चे कहंदे सन कोई गल नहीं, जिवें तुहानू चंगा लगदा तुसीं कर लो, पर एक गल याद रखनी, सच को मिटाओगे तो मिटोगे जहान से, डरता नहीं अकाल किसी शहनशाह की शान से, उपदेश अपना सुन लो जरा दिल के कान से, कहते हैं हम तुम्हें खुदा की जुबान से। मर्जी तुहाडी है, जिवें करना कर लो, असी तैयार हाँ। असी लाड़ी मौत नूं विआउण वास्ते ही आए हैं। साडे घर दे विच ते सबक ही पढ़ाया जाता है, पहला मरण कबूल जीवन की छड़ आस, हो सबना की रेणका तो आओ हमारे पास, जो तो प्रेम खेलन का चाओ, सिर तर तली गली मेरी आओ, इत मार्ग पैर तरीजै सिर दीजै कान ना कीजै। सानू ते सबक ही पढ़ाया जाता है। अज वजीर खान ने हुक्म किया इन्हां नूं नीहां दे विच चिण के शहीद कर दिता जाए। उन्होंने टोए पुट लए ने, विच लाला नूं खिलार के नीहां चिणनियां शुरू कर दित्तियां ने। जदों दीवार जिहड़ी है बाबा फतेह सिंह दे मूँह तक पहुँच गई ना, अखीरला रद्दा
ਜਦੋਂ ਜਲਾਦ ਨੇ ਲਾਉਣਾ ਸੀ ਤੇ ਬਾਬੇ ਫਤਿਹ ਸਿੰਘ ਨੇ ਦੀਵਾਰ ਦੇ ਓਲੇ ਛੁਪ ਜਾਣਾ ਸੀ। ਵਿਦਵਾਨ ਉਦੋਂ ਦੀਆਂ ਚੰਦ ਲਾਈਨਾਂ ਲਿਖਦਾ ਏ, ਕਹਿੰਦਾ ਏ, ਜਦੋਂ ਫਤਿਹ ਸਿੰਘ ਮਾਸੂਮ ਦੇ ਮੂੰਹ ਉੱਤੇ ਰਦਾ ਅਖੀਰ ਲਾਉਣ ਲੱਗਾ, ਉਦੋਂ ਗਾਰੇ ਦੇ ਪੱਜ ਜਲਾਦ ਭੱਜਾ ਤੇ ਜਾ ਕੇ ਮਾਤਾ ਗੁਜਰੀ ਦੇ ਤਾਈਂ ਕਹਿਣ ਲੱਗਾ। ਜਲਾਦ ਦੇ ਅੰਦਰੋਂ ਵੀ ਇਨਸਾਨੀਅਤ ਜਾਗ ਪਈ। ਉਹਨੇ ਸੋਚਿਆ ਚੱਲ ਮੈਂ ਇੱਕ ਵਾਰੀ ਜਾ ਕੇ ਮਾਂ ਦਾ ਤਰਲਾ ਕਰ ਹੀ ਲਵਾਂ, ਅੰਮੀਏ ਤੇਰਾ ਕਿਵੇਂ ਦਾ ਪੱਥਰ ਦਿਲ ਏ ਜਿਹੜਾ ਪਿਘਲਦਾ ਨਹੀਂ। ਆ ਵੇਖ ਪੁੱਤਰ ਤੇਰੇ ਦਾ ਕੋਈ ਪਤਾ ਨਹੀਂ, ਵੱਡੇ ਪੋਤਰਿਆਂ ਦਾ ਤੇਰਿਆਂ ਦਾ ਕੋਈ ਪਤਾ ਨਹੀਂ, ਨੋਹਾਂ ਤੇਰੀਆਂ ਦਾ ਕੋਈ ਪਤਾ ਨਹੀਂ, ਘਰ-ਬਾਰ ਸਾਰਾ ਕੁਝ ਲੁਟਾ ਕੇ ਆ ਗਈ ਅੰਮੀਏ, 2 ਦੀਵੇ ਬਚੇ ਨੇ ਬੁੱਝ ਚੱਲੇ ਨੇ, ਬਚਾ ਲੈ ਨਹੀਂ ਇਹਨਾਂ ਨੂੰ। ਉਹ ਜਾ ਕੇ ਕਹਿੰਦਾ ਏ, ਇਨਸਾਨੀਅਤ ਜਾਗੀ ਏ। ਉਦੋਂ ਗਾਰੇ ਦੇ ਪੱਜ ਜਲਾਦ ਭੱਜਾ, ਜਾ ਕੇ ਮਾਤਾ ਗੁਜਰੀ ਦੇ ਤਾਈਂ ਕਹਿਣ ਲੱਗਾ, ਬੇਟਾ ਲਾਪਤਾ ਹੈ ਅੱਗੋਂ ਦੇਖ ਕਿਸਮਤ। ਮਾਂ ਗੁਜਰੀ ਆਪਣੀ ਕਿਸਮਤ ਨੂੰ ਤੇ ਜਰਾ ਨਜ਼ਰ ਮਾਰ, ਤੇਰਾ ਪੁੱਤਰ ਨਹੀਂ ਉਹ ਲੱਭਦਾ, ਤੇਰੇ ਪੋਤਰੇ ਨਹੀਂ ਲੱਭਦੇ, ਵੇਖ ਤੇਰੀ ਕਿਸਮਤ 'ਚ ਕਿਵੇਂ ਦਾ ਸਮਾਂ ਆਇਆ। ਬੇਟਾ ਲਾਪਤਾ ਹੈ ਅੱਗੋਂ ਦੇਖ ਕਿਸਮਤ, ਤੇਰੇ ਬੇਟੇ ਦੇ ਬੇਟੇ ਉਹ ਜਾ ਰਹੇ ਨੇ, ਰੇਸ਼ਮ ਵਿੱਚ ਲਪੇਟ ਕੇ ਰੱਖਦੀ ਸੈਂ, ਅੱਜ ਇੱਟਾਂ ਦੇ ਵਿੱਚ ਲਪੇਟੇ ਜਾ ਰਹੇ ਨੇ। ਮਾਂ ਗੁਜਰੀ ਅੱਗੋਂ ਕਹਿੰਦੀ ਏ, ਵੇ ਕਿਣਿਆ ਐਵੇਂ ਨਾ ਕਿਣੀ ਜਾ, ਜਾ ਜਾ ਕੇ ਗਾਰਾ ਫੜਾ, ਤੈਨੂੰ ਨਹੀਂ ਪਤਾ ਅੱਜ ਕਿਹੜਾ ਇਤਿਹਾਸ ਰਚਿਆ ਜਾ ਰਿਹਾ ਹੈ। ਵੇ ਕਿਣਿਆ ਕਾਤੋਂ ਕਿਣੀ ਜਾਣੈ, ਗਾਰਾ ਪਾਈ ਜਾਣੈ, ਇੱਟਾਂ ਚਿਣੀ ਜਾਣੈ, ਤੇ ਕਫਨ ਮੁਗਲ ਹਕੂਮਤ ਦਾ ਮਿਣੀ ਜਾਣੈ। ਤੈਨੂੰ ਨਹੀਂ ਪਤਾ ਲੱਗ ਰਿਹਾ, ਤੂੰ ਤੇ ਇਸ ਮੁਗਲ ਸਲਤਨਤ ਦਾ ਅੱਜ ਕਫਨ ਮਿਲ ਰਿਹਾ। ਮਾਨੋ ਇਹ ਸਾਹਿਬਜ਼ਾਦੇ ਸ਼ਹੀਦ ਨਹੀਂ ਹੋ ਰਹੇ, ਇਹਨਾਂ ਦੀ ਕਬਰ ਤਿਆਰ ਹੋ ਰਹੀ ਹੈ। ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੀ ਜੜ ਪੁੱਟੀ ਜਾਏਗੀ। ਇਹ ਸਾਹਿਬਜ਼ਾਦਿਆਂ ਨੂੰ ਸ਼ਹੀਦ ਨਹੀਂ ਕਰ ਰਹੇ, ਆਪਣੀਆਂ ਜੜਾਂ ਦੇ ਵਿੱਚ ਆਪ ਇਹ ਪਾਣੀ ਪਾ ਕੇ ਇਹਨਾਂ ਨੂੰ ਪੋਲੀਆਂ ਕਰ ਰਹੇ ਨੇ। ਇਹ ਮੁਗਲ ਹਕੂਮਤ ਦੀ ਜੜ ਪੁੱਟੀ ਜਾਏਗੀ। ਮਾਤਾ ਗੁਜਰੀ ਜੀ ਸਮਝਾ ਰਹੇ ਸਨ ਜਲਾਦ ਨੂੰ, ਕਹਿੰਦੇ ਨੇ ਵੇਖ ਤੈਨੂੰ ਨਹੀਂ ਪਤਾ, ਮੇਰਾ ਨਾਂ ਗੁਜਰੀ, ਮੇਰੀ ਅੱਲ ਗੁਜਰੀ, ਘੜੀ ਘੜੀ ਗੁਜਰੀ ਵੇ ਮੈਂ ਪਲ ਪਲ ਗੁਜਰੀ। ਪਹਿਲਾਂ ਪਤੀ ਦਿੱਤਾ ਫਿਰ ਪੋਤੇ ਤੋਰੇ, ਹੁਣ ਮੌਤ ਮੈਨੂੰ ਕਹਿੰਦੀ ਏ ਚੱਲ ਗੁਜਰੀ। ਕਹਿੰਦੇ ਸਮਾਂ ਆ ਗਿਆ ਏ, ਐਵੇਂ ਥੋੜਾ ਲੋਕ ਮੈਨੂੰ ਗੁਜਰੀ ਕਹਿੰਦੇ ਨੇ। ਕਹਿੰਦੇ ਮੇਰੇ ਮਾਪਿਆਂ ਨੇ ਬੜਾ ਸੋਚ ਕੇ ਨਾਂ ਰੱਖਿਆ ਸੀ। ਗੁਜਰੀ ਉਹਨੂੰ ਕਹਿੰਦੇ ਨੇ ਜਿਹੜੀ ਖਤਮ ਹੋ ਜਾਏ। ਧਿਆਨ ਦਿਓ ਜਰਾ, ਜਦੋਂ ਕੋਈ ਖਤਮ ਹੋ ਜਾਂਦਾ ਤੇ ਆਪਾਂ ਕਹਿੰਦੇ ਵੀ ਗੁਜ਼ਰ ਗਿਆ। ਕਹਿੰਦੇ ਕੁਦਰਤ ਵੱਲੋਂ ਦਿੱਤਾ ਹੋਇਆ ਨਾਮ ਹੀ ਮੇਰਾ ਇਸ ਕਰਕੇ ਮਾਪਿਆਂ ਨੇ ਗੁਜਰੀ ਰੱਖਿਆ ਏ। ਜਿਵੇਂ ਦਾ ਸਮਾਂ ਵੀ ਮੇਰੇ ਤੇ ਆਇਆ ਉਹ ਮੈਂ ਹੰਢਾ ਚੁੱਕੀ ਆ, ਮੈਂ ਮਾਣ ਚੁੱਕੀ ਆ। ਤੂੰ ਇਸ ਗੱਲ ਦਾ ਫਿਕਰ ਨਾ ਕਰ। ਆਖਰਕਾਰ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਦੀਵਾਰਾਂ ਉੱਚੀਆਂ ਕਰਕੇ ਤੇ ਸਦਾ ਲਈ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਆਪਣੇ ਵੱਲੋਂ ਪਾਪੀਆਂ ਨੇ ਮੌਤ ਦਾ ਦੰਡ ਦਿੱਤਾ ਏ, ਜਿਹਨੂੰ ਅਸੀਂ ਕਹਿੰਦੇ ਆ ਵੀ ਉਹ ਸ਼ਹਾਦਤ ਦਾ ਜਾਮ ਪੀ ਗਏ। ਉਸ ਦੀਵਾਰ ਨੂੰ ਪੂਰਾ ਕਰ ਦਿੱਤਾ ਏ ਤੇ ਬੱਚੇ ਦੀਵਾਰਾਂ ਦੇ ਵਿੱਚ ਲੁਕ ਗਏ ਨੇ। ਫਿਰ ਦੀਵਾਰ ਨੂੰ ਧੱਕਾ ਮਾਰ ਕੇ ਡੇਗਿਆ ਗਿਆ ਏ। ਹੁਕਮ ਹੋਇਆ ਇਹਨਾਂ ਨੂੰ ਸ਼ਹੀਦ ਕੀਤਾ ਜਾਏ। ਕੋਈ ਹਾਮੀ ਨਹੀਂ ਭਰਦਾ, ਕਿਸੇ ਦੀ ਹਿੰਮਤ ਨਹੀਂ ਪੈਂਦੀ ਵੀ ਕੋਈ ਇਹਨਾਂ ਬੱਚਿਆਂ ਦੀਆਂ ਜਾ ਕੇ ਸਾਰਗਾਂ ਵੱਢ ਦੇਵੇ। ਸਾਸਲ ਬੇਗ ਤੇ ਬਾਸਲ ਬੇਗ ਉਹਨਾਂ ਦਾ ਕੋਈ ਮੁਕੱਦਮਾ ਚੱਲਦਾ ਸੀ ਕਤਲ ਦਾ। ਵਜ਼ੀਰ ਖਾਨ ਦੇ ਦਰਬਾਰ ਵਿੱਚ ਉਸ ਦਿਨ ਤਰੀਕ ਭੁਗਤਣ ਵਾਸਤੇ ਆਏ ਸਨ। ਉਹਨਾਂ ਨੇ ਇਜਾਜ਼ਤ ਮੰਗੀ, ਜੇ ਅੱਜ ਸਾਨੂੰ ਸਰਕਾਰ ਸਾਡਾ ਕਤਲ ਮਾਫ ਕਰ ਦੇਵੇ, ਸਾਡੇ ਅਪਰਾਧ ਮਾਫ ਕਰ ਦੇਵੇ ਤੇ ਇਹਨਾਂ ਬੱਚਿਆਂ ਨੂੰ ਅਸੀਂ
मौत दे घाट उतार देंगे। वजीर खान ने आख्या तुहाडा केस बरी किया, तुहानू माफ़ किया। इन्हां ने फिर जाके एक ने बाबा जोरावर सिंह दा सिर फड़िया, दूजे ने साह रग कट दी, खून दा फुहारा चलिया। मां गुजरी सामने ठंडे बुरज दे विचों ये सारा सीन ਅੱਖਾਂ ਦੇ ਨਾਲ ਵੇਖ ਰਹੀ ਹੈ। ਤੁਸੀਂ ਅੱਜ ਵੀ ਜਦੋਂ ਜਾਂਦੇ ਹੋ ਫਤਿਹਗੜ੍ਹ ਸਾਹਿਬ, ਠੰਡੇ ਬੁਰਜ ਦੇ ਨੇੜੇ ਹੀ ਹੈ ਜਿੱਥੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਸੀ। ਦੁਬਾਰਾ ਬਾਬਾ ਫਤਿਹ ਸਿੰਘ ਦਾ ਇੱਕ ਨੇ ਸਿਰ ਫੜਿਆ, ਦੂਜੇ ਨੇ ਸਾਹ ਰਗ ਕੱਟ ਦਿੱਤੀ। ਮਾਨੋ ਸਾਹਿਬਜ਼ਾਦੇ ਜਾਂਦੇ ਜਾਂਦੇ ਕਹਿ ਰਹੇ ਸਨ, ਅਸੀਂ ਹਮ ਆਪਣੀ ਜਾਨੇ ਦੇ ਕੇ औरों की जान बचा चले, सिक्खी की नींव हम अपने सरों पे उठा चले। गुरियाई का किस्सा हम जहां में बना चले, सिक्खी की सल्तनत का हम पौधा लगा चले। गद्दी से ताजो तख्त बस अब कौम पाएगी, जालमों का नाम दुनिया से निशान तक मिटाएगी। जोगी जी हुई थोड़ी ही देर थी, बस्ती सरहंद की ईंटों का ढेर थी, बस्ती सरहंद की ईंटों का ढेर थी। सत श्री अकाल। जदों समा थोड़ा होवे, विशा लम्मा होवे, थोड़ा जिहा इधर उधर ख्याल भी भटकदा है। सतगुरु जी दे लालां दी शहादत दी सांझ तुहाडे नाल पाउंदिआं बेअंत भुल्लां होईआं ने, भुल्लां मेरियां ने। इस इतिहास दे विचों कुछ ना कुछ जरूर पल्ले बन के जाना। उन्हां गुरु के लाला ने साडे लई अपणियां जानां वारियां ने। गुरु गोबिंद सिंह महाराज ने साडे वल इशारा करके आख्या सी, इन पुत्रन के शीश पर वार दिए। सो तुहाडे विच जज्बा बड़ा है। तुसीं ओही हो जिहड़े कल किसान अंदोलन दे विच जिन्हां ने जियो दे ਉੱਚੇ ਟਾਵਰਾਂ ਤੇ 400 ਫੁੱਟ ਉੱਚੇ ਟਾਵਰਾਂ ਤੇ ਚੜ੍ਹ ਕੇ ਕੇਸਰੀ ਨਿਸ਼ਾਨ ਝੁਲਾ ਦਿੱਤੇ ਨੇ। ਤੁਸੀਂ ਕੀ ਨਹੀਂ ਕਰ ਸਕਦੇ ਓਏ? ਅੱਜ ਫੋਟੋਆਂ ਨਾ ਖਿੱਚੋ, ਮੇਰੀ ਬੇਨਤੀ ਹੈ। ਹੁਣ ਸਟੇਜ ਤੋਂ ਐਲਾਨ ਹੋਇਆ ਸੀ ਨਾ ਵੀ ਕੁਝ ਲੋਕ ਫੋਟੋਆਂ ਖਿੱਚ ਰਹੇ, ਨਾ ਖਿੱਚੋ, ਭਜਨ ਕਰੋ, ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।